किताब विपरन की रीत तो सच दा मार्ग भाग चौथा। लेखक सरदार गुरबख्श सिंह काला अफगाना। चौथे कांड का 8वां भाग जो लोड़े सुख अगला अते 9वां भाग दुखां तो छुटकारे का न्यारा गुरमत सिद्धांत। वाहिगुरू जी का खालसा वाहिगुरू जी की फतेह। नानक भगतां सदा विगास सुनिया दुख पाप का नास। सतगुरां दा फरमान है सो सुख मोको संत बतावो तृष्णा बुझै मन तृप्तावो रहाओ। पन्ना 179। आओ रल मिल के सतगुरु ग्रंथ साहिब जी की हजूरी भरीए ਅਤੇ ਜੋਦੜੀ ਕਰੀਏ ਕਿ ਸਾਨੂੰ ਠੰਡ ਨਾਲ ਜੁੜ ਕੇ ਸੁਖੀ ਹੋਣ ਦੀ ਜਾਚ ਸਿਖਾਉਣ ਦੀ ਮਿਹਰ ਕਰਨ। ਜਪਜੀ ਸਾਹਿਬ ਦੀ 5ਵੀਂ ਪੌੜੀ ਵਿੱਚ ਸਤਿਗੁਰਾਂ ਦਾ ਫਰਮਾਨ ਹੈ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਭਾਵ ਜੇ ਅਕਾਲ ਪੁਰਖ ਦੇ ਗੁਣ ਗਾਵੀਏ ਸੁਣੀਏ ਅਤੇ ਆਪਣੇ ਮਨ ਵਿੱਚ ਉਸ ਦਾ ਪ੍ਰੇਮ ਟਿਕਾਈਏ ਤਾਂ ਦੁੱਖ ਦੂਰ ਹੋ ਜਾਂਦੇ ਹਨ ਅਤੇ ਸੁੱਖ ਹਿਰਦੇ ਘਰ ਵਿੱਚ ਆ ਵਸਦੇ ਹਨ। ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪਾਠਾਂ ਦੀ ਗਿਣਤੀ ਵਧਾਉਣ ਦੀ ਰੁਚੀ ਅਪਣਾ ਚੁੱਕੇ ਹਾਂ। ਸਤਿਗੁਰਾਂ ਦਾ ਉਪਦੇਸ਼ ਸਮਝਣਾ ਸਾਡੇ ਲਈ ਬੇਲੋੜਾ ਬਣ ਚੁੱਕਿਆ ਹੈ। ਇਹ ਕੀ ਹੈ ਨਾ ਸ਼ੁਕਰੇ ਮਨ, ਧਿਆਨ ਲਾ ਕੇ ਸੁਣ। ਕਦੇ ਸੁਣਿਆ ਹੈ ਕਿਸੇ ਅਜਿਹੇ ਰਹਿਬਰ ਬਾਰੇ ਜੋ ਬਾਹਾਂ ਖੜੀਆਂ ਕਰ ਕਰਕੇ ਆਪਣੇ ਮੁਰੀਦਾਂ ਨੂੰ ਆਵਾਜ਼ਾਂ ਮਾਰ ਕੇ ਸੁਖੀ ਹੋਣ ਦਾ ਰਾਹ ਦੱਸਣ ਦਾ ਤਰਲਾ ਲੈ ਰਿਹਾ ਹੋਵੇ? ਇਹ ਪਾਪੀ ਮਨ ਸੁਣ, ਆਪਣੇ ਚੌਥੇ ਸਤਿਗੁਰੂ ਨਾਨਕ ਜੀ ਦੀ ਸੱਦ। ਸੈਂਕੜੇ ਸਾਲ ਪਹਿਲਾਂ ਤੋਂ ਹੀ ਉਹ ਕਿਵੇਂ ਤੈਨੂੰ ਪਾਪੀ ਨੂੰ ਸਗੋਂ ਸੰਤ ਸੰਤ ਕਹਿ ਕੇ ਆਵਾਜ਼ਾਂ ਮਾਰ ਰਹੇ ਹਨ ਕਿ ਆ ਭਾਈ ਤੈਨੂੰ ਸਦੀਵੀ ਆਤਮਿਕ ਸੁੱਖਾਂ ਦਾ ਮਾਲਕ ਬਣਾਵਾਂ। ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਂਢੀ ਬਾਹਾਂ ਕੋ ਕੀਜੈ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਭਵੀਜੈ। ਪੰਨਾ 1326। ਅਰਥ ਇਹ ਸੰਤ ਜਨੋ, ਇਹ ਭਰਾਵੋ, ਗੁਰੂ ਨੇ ਆਪਣੀ ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ, ਉਸ ਦੀ ਗੱਲ ਧਿਆਨ ਨਾਲ ਸੁਣੋ। ਇਹ ਸੰਤ ਜਨੋ, ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁੱਖ ਚਾਹੁੰਦੇ ਹੋ ਤਾਂ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਭਾਵ ਸਦਾ ਸਤਿਗੁਰੂ ਦੀ ਸਿੱਖਿਆ 'ਤੇ ਚੱਲਣਾ ਚਾਹੀਦਾ ਹੈ। ਅਜਿਹੇ ਸਤਿਗੁਰੂ ਜੀ ਤੋਂ ਦਿਹਾੜੀ ਵਿੱਚ ਸੈਂਕੜੇ ਵਾਰ ਕੁਰਬਾਨ ਕਿਉਂ ਨਾ ਹੋਈਏ ਜਿਹੜੇ ਸਾਨੂੰ ਮੂਰਖ ਅਤੇ ਅਸ਼ੁੱਧ ਮਤ ਮਾਨਸਾਂ ਤੋਂ ਦੇਵਤੇ ਬਣਾ ਦੇਣ ਲਈ ਬਾਹਾਂ ਖੜੀਆਂ ਕਰਕੇ ਆਵਾਜ਼ਾਂ ਮਾਰ ਰਹੇ ਹਨ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹੜੇ ਸਾਨੂੰ ਪਾਪੀਆਂ ਨੂੰ ਸੰਤੋ ਅਤੇ ਭਾਈਓ ਕਹਿ ਕੇ ਬੁਲਾ ਰਹੇ ਹਨ ਅਤੇ ਬੇਅੰਤ ਗੁਰੂ ਸ਼ਬਦਾਂ ਦੁਆਰਾ ਸਮਝਾ ਰਹੇ ਹਨ ਕਿ ਜੇ ਸ੍ਰੇਸ਼ਟ ਸੁੱਖਾਂ ਦੀ ਪ੍ਰਾਪਤੀ ਚਾਹੁੰਦੇ ਹੈ ਤਾਂ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ ਗੁਰ ਕੀ ਕਰਨੀ ਭਉ ਕਟੀਐ ਨਾਨਕ ਪਾਵੇਂ ਪਾਰ। ਪੰਨਾ 1248। ਅਰਥ ਇਹ ਮਨ, ਜੇ ਸਤਿਗੁਰੂ ਦੇ ਦੱਸੇ ਹੁਕਮ ਦੀ ਪਾਲਣਾ ਕਰੇ ਤਾਂ ਸੁੱਖਾਂ ਵਿੱਚੋਂ ਚੋਣਵਾਂ ਸੁੱਖ ਮਿਲਦਾ ਹੈ। ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤਿਆਂ ਡਰ ਦੂਰ ਹੋ ਜਾਂਦਾ ਹੈ। ਜੇ ਤੂੰ ਗੁਰੂ ਵਾਲੀ ਕਰਨੀ ਕਰੇਗਾ ਤਾਂ ਤੂੰ ਭਉ ਦਾ ਪਾਰਲਾ ਕੰਡਾ ਲੱਭ ਲਵੇਂਗਾ, ਭਾਵ ਭਉ ਸਾਗਰ ਤੋਂ ਪਾਰ ਲੰਘ ਜਾਏਗਾ। ਆਓ ਸਤਿਗੁਰਾਂ ਦੇ ਬਚਨ ਸਮਝ ਕੇ ਘੁੱਟ ਕੇ ਪੱਲੇ ਬੰਨੀਏ ਅਤੇ ਆਪਣੀ ਜੀਵਨ ਜੁਗਤ ਸਵਾਰਨ ਵਿੱਚ ਜੁਟ ਜਾਈਏ। ਤਿਸ ਕੀ ਸ਼ਰਨੀ ਪਰਮਨਾ ਜਿਸ ਜੇਵੜ ਅਬਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ। ਪੰਨਾ 44। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਪੰਨਾ 281। ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ। ਪੰਨਾ 105। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੇ ਸਭ ਦੁਖ ਰਹਾਓ। ਕੋਟ ਜਨਮ ਕੇ ਕਿਲ ਬਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੋਖ। ਚਾਰ ਪਦਾਰਥ ਅਸ਼ਟ ਮਹਾਸਿਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ
ਨਾਨਕ ਸ਼ਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨ ਤੁਖ। ਪੰਨਾ 717। ਅਰਥ, ਹੇ ਮਾਂ, ਪਰਮਾਤਮਾ ਦਾ ਨਾਮ ਸਿਮਰਦਿਆਂ ਮੇਰੇ ਮਨ ਦਾ ਸੁਖ ਇਤਨਾ ਉੱਚਾ ਹੋ ਜਾਂਦਾ ਹੈ ਕਿ ਇਉਂ ਜਾਪਦਾ ਹੈ ਜਿਵੇਂ ਮੇਰਾ ਮਨ ਕਰੋੜਾਂ ਆਨੰਦ ਮਾਣ ਰਿਹਾ ਹੈ, ਕਰੋੜਾਂ ਬਾਦਸ਼ਾਹੀਆਂ ਦਾ ਸੁੱਖ ਮਾਣ ਰਿਹਾ ਹੈ। ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ। ਰਹਾਓ, ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿੱਤਰ ਹੋ ਜਾਂਦੇ ਹਨ, ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ। ਸਿਮਰਨ ਦੀ ਬਰਕਤ ਨਾਲ ਪ੍ਰਭੂ ਦਾ ਦੀਦਾਰ ਕਰਕੇ ਮਨ ਦੀ ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ। ਦਰਸ਼ਨ ਕਰਦਿਆਂ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ। ਚਾਰ ਪਦਾਰਥ ਅਥਵਾ 8 ਵੱਡੀਆਂ ਕਰਾਮਾਤਾਂ ਦੇਣ ਵਾਲਾ ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਕਾਮਧੇਨ ਅਤੇ ਪਾਰਜਾਤ ਰੁੱਖ ਹੈ। ਭਾਵ ਅਜਿਹੀ ਗਾਂ ਅਥਵਾ ਪਾਰਜਾਤ ਰੁੱਖ ਵਰਗੀਆਂ ਕੋਈ ਚੀਜ਼ਾਂ ਨਹੀਂ ਹਨ। ਇਹ ਐਵੇਂ ਭਰਮ ਹੈ। ਜਿਸ ਮਨੁੱਖ ਨੇ ਸੁੱਖਾਂ ਦੇ ਸਮੁੰਦਰ ਪ੍ਰਭੂ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਅਥਵਾ ਜੂਨਾਂ ਵਿੱਚ ਪੈਣ ਦਾ ਫਿਕਰ ਨਹੀਂ ਰਹਿੰਦਾ। ਗੁਰ ਕੇ ਚਰਨ ਹਿਰਦੇ ਪਰਵੇਸ਼ਾ, ਰੋਗ ਸੋਗ ਸਭ ਦੂਖ ਬਿਨਾਸੇ, ਉਤਰੇ ਸਗਲ ਕਲੇਸ਼ਾ। ਰਹਾਓ। ਪੰਨਾ 531। ਸਤਿਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੁਗਤ ਸਵਾਲ ਲੈਣ ਨਾਲ ਹੀ ਮਨੁੱਖ ਸਦੀਵੀ ਸੁੱਖ ਪ੍ਰਾਪਤ ਕਰ ਸਕਦਾ ਹੈ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਪੰਨਾ 50। ਗੁਰਸਿੱਖਾਂ ਲਈ ਜੀਵਨ ਸਦਾ ਵਿਗਾਸ ਹੈ, ਭਾਵ ਸਦਾ ਖੇੜਾ ਹੀ ਖੇੜਾ ਹੈ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ, ਕੋਟ ਜਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਏ। ਪੰਨਾ 51। ਅਰਥ, ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਸਦਾ ਵਸਦਾ ਹੈ, ਉਸ ਨੂੰ ਕੋਈ ਦੁੱਖ ਕਲੇਸ਼ ਤੇ ਡਰ ਪੋ ਨਹੀਂ ਸਕਦਾ। ਲੋਕ ਕਰੋੜਾਂ ਹੋਰ ਯਤਨ ਕਰ ਕਰਕੇ ਥੱਕ ਜਾਂਦੇ ਹਨ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਦੁੱਖਾਂ ਕਲੇਸ਼ਾਂ ਦੇ ਭਵ ਸਾਗਰ ਤੋਂ ਕੋਈ ਮਨੁੱਖ ਪਾਰ ਨਹੀਂ ਲੰਘ ਸਕਦਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਐ, ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਏ। ਪੰਨਾ 630। ਅਜਿਹੇ ਸਤਿਗੁਰੂ ਜੀ ਤੋਂ ਕੁਰਬਾਨ ਸਦਕੇ ਕਿਵੇਂ ਨਾ ਜਾਈਏ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੁਆ ਸੂਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਉ। ਪੰਨਾ 395। ਭਾਗ 9ਵਾਂ। ਦੁੱਖਾਂ ਤੋਂ ਛੁਟਕਾਰੇ ਦਾ ਨਿਆਰਾ ਗੁਰਮਤਿ ਸਿਧਾਂਤ। ਜਗਤ ਦੇ ਹਿਰਦੇ ਨੂੰ ਪਰਮ ਠੰਡ ਨਾਲ ਜੋੜਨ ਆਏ ਨਿਰਾਲੇ ਸਤਿਗੁਰੂ ਜੀ ਮਨੁੱਖਾਂ ਨੂੰ ਦੁੱਖਾਂ ਦੇ ਨਾਸ ਕਰਨ ਦਾ ਸਿਧਾਂਤ ਸਮਝਾਉਂਦੇ ਹੋਏ ਫਰਮਾਨ ਕਰਦੇ ਹਨ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਓਏ ਸੋਖਿਆ, ਚੂਕਾ ਜਮ ਸਿਉ ਮੇਲ। ਪੰਨਾ 358। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਮਨੁੱਖ ਕਿਸੇ ਭਰਮ ਵਿੱਚ ਪੈਣ ਦੀ ਥਾਂ ਜ਼ਿੰਦਗੀ ਦੇ ਰਸਤੇ ਵਿੱਚ ਆਤਮਿਕ ਰੌਸ਼ਨੀ ਕਰਨ ਲਈ ਪਰਮਾਤਮਾ ਦੇ ਨਾਮ ਨੂੰ ਦੀਵਾ ਬਣਾ ਲਵੇ। ਦੀਵੇ ਨੂੰ ਜਗਦਾ ਰੱਖਣ ਲਈ ਤੇਲ ਦਾ ਹੋਣਾ ਜ਼ਰੂਰੀ ਹੁੰਦਾ ਹੈ। ਸੋ ਆਤਮਿਕ ਚਾਨਣਾ ਦੇਣ ਵਾਲੇ ਇਸ ਨਾਮ ਰੂਪੀ ਦੀਵੇ ਨੂੰ ਜਗਦਾ ਰੱਖਣ ਲਈ ਦੁਨੀਆ ਵਿੱਚ ਵਾਪਰਨ ਵਾਲਾ ਦੁੱਖ ਰੂਪ ਤੇਲ ਪਾਓ। ਉਸ ਆਤਮਿਕ ਚਾਨਣੇ ਨਾਲ ਉਹ ਦੁੱਖ ਰੂਪੀ ਤੇਲ ਸੜ ਜਾਵੇਗਾ। ਇਸ ਤਰ੍ਹਾਂ ਜਮਾਂ ਨਾਲ ਪੈਣ ਵਾਲਾ ਵਾਹ ਖਤਮ ਹੋ ਜਾਂਦਾ ਹੈ। ਭਾਵ ਜਿਉਂ-ਜਿਉਂ ਨਾਮ ਦੀ ਬਰਕਤ ਨਾਲ ਗਿਆਨ ਦਾ ਚਾਨਣਾ ਹੁੰਦਾ ਹੈ, ਦੁਨੀਆ ਦੇ ਦੁੱਖਾਂ ਦਾ ਅਨੁਭਵ ਖਤਮ ਹੋ ਕੇ ਸਰੀਰਕ ਮੌਤ ਦਾ ਡਰ ਮੁੱਕ ਜਾਂਦਾ ਹੈ ਅਤੇ ਆਤਮਿਕ ਜੀਵਨ ਵੱਲੋਂ ਮਨੁੱਖ ਅਮਰ ਹੋ ਜਾਂਦਾ ਹੈ। ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਿਆਰਾ ਵਿਧੀ ਵਿਧਾਨ। ਕਰ ਹਰਹਟ ਮਾਲ ਟਿੰਡ ਪਰੋਬੋ, ਤਿਸ ਭੀਤਰ ਮਨ ਜੋਬੋ, ਅੰਮ੍ਰਿਤ ਸਿੰਚੋ ਭਰੋ ਕਿਆਰੇ, ਤਉ ਮਾਲੀ ਕੇ ਹੋਵੋ। ਕਾਮ ਕ੍ਰੋਧ ਦੋਇ ਕਰੋ ਬਸੋਲੇ, ਗੋਡੋ ਧਰਤੀ ਭਾਈ, ਜਿਉ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤ ਨ ਮੇਟਿਆ ਜਾਈ। ਬਗੁਲੇ ਤੇ ਫੁਨ ਹੰਸਲਾ ਹੋਵੇ, ਜੇ ਤੂੰ ਕਰਹਿ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਇਆਲਾ। ਪੰਨਾ 1171। ਅਰਥ, ਕਿਸਾਨ ਆਪਣੀ ਪੈਲੀ ਦੇ ਕਿਆਰੇ ਸਿੰਜਣ ਲਈ ਖੂਹ ਨੂੰ ਟਿੰਡਾਂ ਦੀ ਮਾਲਾ ਬਣਾਉਂਦਾ ਹੈ। ਆਪਣੇ ਬਲਦ ਜੋ ਕਿ ਖੂਹ ਚਲਾਉਂਦਾ ਹੈ ਤੇ ਪਾਣੀ ਨਾਲ ਕਿਆਰੇ ਭਰਦਾ ਹੈ। ਇਸੇ ਤਰ੍ਹਾਂ ਇਹ ਮਨੁੱਖ, ਇਹ ਬ੍ਰਾਹਮਣ, ਹੱਥੀਂ ਸੇਵਾ ਕਰਨ ਨੂੰ ਹਰਟ ਅਤੇ ਹਰਟ ਦੀ ਉਸ ਮਾਲ ਵਿੱਚ ਹੱਥੀਂ ਸੇਵਾ ਟਿੰਡਾਂ ਜੋੜਨਾ ਬਣਾ, ਭਾਵ
ਹੱਥਾਂ ਦੀ ਕਾਰ ਲਗਾਤਾਰ ਖੂਹ ਦੀ ਮਾਲ ਵਾਂਗ ਇੱਕ ਰਸ ਚੱਲਦੀ ਰਹੇ। ਹੱਥੀਂ ਸੇਵਾ ਵਾਲੇ ਟਿੰਡਾਂ ਵਾਲੇ ਇਸ ਖੂਹ ਵਿੱਚ ਆਪਣਾ ਮਨ ਜੋ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਿੰਜ ਕੇ ਆਪਣੇ ਗਿਆਨ ਇੰਦਰੀਆਂ ਦੇ ਕਿਆਰੇ ਇਸ ਨਾਮ ਜਲ ਨਾਲ ਨਕਾ ਨਕ ਭਰ। ਤਦੋਂ ਹੀ ਤੂੰ ਇਸ ਜਗਤ ਬਾਗ ਦੇ ਪਾਲਣਹਾਰੇ ਪ੍ਰਭੂ ਦਾ ਪਿਆਰ ਬਣੇਗਾ। ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਕਰਦਾ, ਫਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ ਤੇ ਫਾਲਤੂ ਘਾਹ ਬੂਟ ਨਦੀਨ ਨੂੰ ਮਾਨੋ ਗੁੱਸੇ ਨਾਲ ਪੁੱਟ ਕੇ ਬਾਹਰ ਸੁੱਟਦਾ ਹੈ। ਤੂੰ ਵੀ ਹੈ ਭਾਈ ਆਪਣੇ ਸਰੀਰ ਧਰਤੀ ਨੂੰ ਗੋੜ, ਪਿਆਰ ਅਤੇ ਗੁੱਸੇ ਇਹ ਦੋ ਰੰਬੇ ਬਣਾ। ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜੋਂ ਪੁੱਟਦਾ ਜਾ। ਜਿਉਂ-ਜਿਉਂ ਤੂੰ ਗੋਡੀ ਕਰੇਗਾ ਤਿਉਂ-ਤਿਉਂ ਤੂੰ ਆਤਮਿਕ ਸੁੱਖ ਮਾਣੇਗਾ। ਤੇਰੀ ਕੀਤੀ ਇਹ ਮਿਹਨਤ ਵਿਅਰਥ ਨਹੀਂ ਜਾਵੇਗੀ। ਹੇ ਪ੍ਰਭੂ, ਹੇ ਦਿਆਲ ਪ੍ਰਭੂ, ਜੇ ਤੂੰ ਮਿਹਰ ਕਰੇ ਤਾਂ ਤੇਰੀ ਮਿਹਰ ਨਾਲ ਮਨੁੱਖ ਪਖੰਡੀ ਬਗਲੇ ਤੋਂ ਸੋਹਣਾ ਹੰਸ ਬਣ ਸਕਦਾ ਹੈ। ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਤੇ ਆਖਦਾ, ਹੇ ਦਿਆਲ ਪ੍ਰਭੂ, ਸਿਮਰਨ ਕਰ ਤੇ ਬਗਲੇ ਤੋਂ ਹੰਸ ਕਰਨ ਵਾਲਾ ਆਪਣਾ ਨਾਮ ਬਖਸ਼। ਅਗਲੇ ਸ਼ਬਦ ਵਿੱਚ ਗੁਰਦੇਵ ਜੀ ਮਨੁੱਖਾਂ ਦੇ ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲੇ ਵੈਦ ਨੂੰ ਸੰਬੋਧਨ ਕਰਕੇ ਫਰਮਾਉਂਦੇ ਹਨ ਕਿ ਜਿੰਨਾ ਚਿਰ ਮਨੁੱਖ ਦੇ ਦੁੱਖ ਅਥਵਾ ਰੋਗ ਦੀ ਜੜ੍ਹ ਦਾ ਇਲਾਜ ਨਹੀਂ ਹੁੰਦਾ, ਉਸ ਦੇ ਕਿਸੇ ਦਾਰੂ ਦਰਮਲ ਨਾਲ ਜੀਵ ਤੰਦਰੁਸਤ ਨਹੀਂ ਹੋਣ ਲੱਗਾ। ਮਨੁੱਖ ਈਸ਼ਵਰ ਨੂੰ ਭੁਲਾ ਕੇ ਕਈ ਪ੍ਰਕਾਰ ਦੇ ਵਿਕਾਰਾਂ ਵਿੱਚ ਫਸਦਾ ਹੈ। ਪ੍ਰਭੂ ਦੇ ਹੁਕਮ ਵਿੱਚ ਰਹਿਣ ਨੂੰ ਵਿਸਾਰ ਕੇ ਮੰਦਕਰਮੀ ਹੋ ਜਾਂਦਾ ਹੈ। ਭੈੜੇ ਕੰਮਾਂ ਦੀਆਂ ਚਸਕਿਆਂ ਕਾਰਨ ਜੀਵ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਆ ਚਿੰਬੜਦੇ ਹਨ। ਆਓ ਗੁਰੂ ਸ਼ਬਦਾਂ ਦੀ ਵਿਚਾਰ ਕਰਨ ਲਈ ਇਕਾਗਰ ਚਿੱਤ ਹੋਈਏ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨ ਭੋਲੇ ਦਾਰੂ ਲਾਏ, ਵੈਦ ਨ ਭੋਲੇ ਦਾਰੂ ਲਾਏ। ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲਗੇ ਨ ਬੀਰ ਰਹਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨ ਭੋਲੇ ਦਾਰੂ ਲਾਏ। ਚੰਦਨ ਕਾ ਫਲ ਚੰਦਨ ਵਾਸ, ਮਾਨਸ ਕਾ ਫਲ ਘਟ ਮਹਿ ਅਸਾਸ। ਸਾਸ ਗਇਆ ਕਾਇਆ ਢਲ ਪਾਏ, ਤਾਂ ਕਿ ਪਾਛੇ ਕੋਏ ਨਾ ਖਾਏ। ਕੰਚਨ ਕਾਇਆ ਨਿਰਮਲ ਹੰਸ, ਜਿਸਮੈ ਨਾਮ ਨਿਰੰਜਨ ਅੰਸ। ਦੁਖ ਰੋਗ ਸਭ ਗਿਆ ਗਵਾਏ, ਨਾਨਕ ਛੂਟਸ ਸਾਚੈ ਨਾਏ। ਪੰਨਾ 1256। ਅਰਥ, ਹੇ ਅਣਜਾਣ ਵੈਦ, ਹੇ ਵੀਰ ਵੈਦ, ਅਜਿਹੀ ਦਵਾਈ ਦੇਣ ਦਾ ਕੋਈ ਲਾਭ ਨਹੀਂ। ਅਜਿਹੀ ਦਵਾਈ ਕੋਈ ਅਸਰ ਨਹੀਂ ਕਰਦੀ ਜਿਸ ਦਵਾਈ ਦੇ ਵਰਤਿਆਂ ਫਿਰ ਵੀ ਸਰੀਰ ਦਾ ਦੁੱਖ ਦਰਦ ਟਿਕਿਆ ਰਹਾਓ। ਹੇ ਭੋਲੇ ਵੈਦ, ਤੂੰ ਦਵਾਈ ਨਾ ਦੇ, ਕਿਸ ਕਿਸ ਰੋਗ ਦਾ ਤੂੰ ਇਲਾਜ ਕਰੇਗਾ। ਵੇਖ, ਮਨੁੱਖ ਲਈ ਸਭ ਤੋਂ ਵੱਡਾ ਰੋਗ ਹੈ ਪਰਮਾਤਮਾ ਦੇ ਚਰਨਾਂ ਤੋਂ ਵਿਛੋੜਾ। ਦੂਜਾ ਰੋਗ ਹੈ ਮਾਇਆ ਦੀ ਭੁੱਖ। ਇੱਕ ਹੋਰ ਰੋਗ ਵੀ ਹੈ, ਉਹ ਹੈ ਡਾਢੇ ਜਮਦੂਤ ਭਾਵ ਮੌਤ ਦਾ ਡਰ। ਤੇ ਇਹ ਉਹ ਦੁੱਖ ਹੈ, ਉਹ ਰੋਗ ਹੈ ਜੋ ਮਨੁੱਖ ਦੇ ਸਰੀਰ ਨੂੰ ਆ ਚਿੰਬੜਦਾ ਹੈ। ਜਦ ਤੱਕ ਸਰੀਰ ਰੋਗ ਪੈਦਾ ਕਰਨ ਵਾਲੇ ਮਾਨਸਿਕ ਰੋਗ ਟਿਕੇ ਹੋਏ ਹਨ, ਤੇਰੀ ਦਵਾਈ ਕਾਟ ਨਹੀਂ ਕਰ ਸਕਦੀ। ਜਦੋਂ ਮਨੁੱਖ ਨੇ ਪ੍ਰਭੂ ਪਤੀ ਨੂੰ ਭੁਲਾ ਕੇ ਵਿਸ਼ੇ ਵਿਕਾਰਾਂ ਦੇ ਰਸ ਮਾਨਣੇ ਸ਼ੁਰੂ ਕਰ ਦਿੱਤੇ ਤਾਂ ਉਸਦੇ ਸਰੀਰ ਵਿੱਚ ਬਿਮਾਰੀਆਂ ਪੈਦਾ ਹੋਣ ਲੱਗ ਪਈਆਂ। ਕੁਰਾਹੇ ਪਏ ਮਨੁੱਖ ਨੂੰ ਸਹੀ ਰਸਤੇ 'ਤੇ ਪਾਉਣ ਲਈ ਇਸ ਦੇ ਮਾਇਆ ਮੋਹ ਵਿੱਚ ਅੰਨੇ ਹੋਏ ਮਨ ਨੂੰ ਸਰੀਰਕ ਰੋਗਾਂ ਦੇ ਰਾਹੀਂ ਸਜ਼ਾ ਮਿਲਦੀ ਹੈ। ਇਹ ਅਣਜਾਣ ਵੈਦ, ਸਰੀਰਕ ਰੋਗਾਂ ਨੂੰ ਦੂਰ ਕਰਨ ਵਾਸਤੇ ਦਿੱਤੀ ਤੇਰੀ ਦਵਾਈ ਦਾ ਕੋਈ ਲਾਭ ਨਹੀਂ। ਵਿਸ਼ੇ ਵਿਕਾਰਾਂ ਦੇ ਕਾਰਨ ਇਹ ਰੋਗ ਤਾਂ ਮੁੜ-ਮੁੜ ਆ ਲੱਗਣੇ ਹੋਣਗੇ। ਚੰਦਨ ਦਾ ਰੁੱਖ ਤਦੋਂ ਤੱਕ ਚੰਦਨ ਹੈ ਜਦ ਤੱਕ ਇਸ ਵਿੱਚ ਚੰਦਨ ਵਾਲੀ ਸੁਗੰਧੀ ਹੈ। ਸੁਗੰਧੀ ਤੋਂ ਬਿਨਾਂ ਇਹ ਸਧਾਰਨ ਲੱਕੜੀ ਹੀ ਹੈ। ਮਨੁੱਖਾ ਸਰੀਰ ਤਦੋਂ ਤੱਕ ਮਨੁੱਖਾ ਸਰੀਰ ਹੈ ਜਦ ਤੱਕ ਇਸ ਸਰੀਰ ਵਿੱਚ ਸਾਹ ਚੱਲ ਰਿਹਾ। ਸਵਾਸ ਨਿਕਲ ਜਾਣ 'ਤੇ ਸਰੀਰ ਮਿੱਟੀ ਹੋ ਜਾਂਦਾ। ਸਰੀਰ ਦੇ ਮਿੱਟੀ ਹੋ ਜਾਣ ਪਿੱਛੋਂ ਕੋਈ ਵੀ ਮਨੁੱਖ ਦਵਾਈ ਨਹੀਂ ਖਾਂਦਾ, ਪਰ ਇਹ ਸਰੀਰ ਵਿੱਚੋਂ ਨਿਕਲ ਜਾਣ ਵਾਲਾ ਜੀਵ ਆਤਮਾ ਤਾਂ ਵਿਛੋੜੇ ਅਤੇ ਤ੍ਰਿਸ਼ਨਾ ਆਦਿਕ ਰੋਗਾਂ ਨਾਲ ਗ੍ਰਸਿਆ ਹੋਇਆ ਹੀ ਜਾਂਦਾ। ਇਹ ਵੈਦ, ਦਵਾਈ ਦੀ ਅਸਲ ਲੋੜ ਤਾਂ ਜੀਵ ਆਤਮਾ ਨੂੰ ਹੈ। ਬੇਅੰਤ ਧਨ ਖਰਚ ਕੇ ਬਣਾਏ ਧਰਮ ਅਸਥਾਨ ਸਿਰਫ ਜੀਵ ਆਤਮਾ ਦੀ ਬਿਮਾਰੀ ਦੇ ਇਲਾਜ ਵਾਸਤੇ ਹੀ ਸਨ, ਪਰ ਜੀਵ ਕਿਤੋਂ ਵੀ ਤੰਦਰੁਸਤ ਨਹੀਂ ਹੋ ਰਿਹਾ, ਸਗੋਂ ਵੱਧ ਕਿਸਮਾਂ ਦੀਆਂ ਬਿਮਾਰੀਆਂ ਸਹੇੜ ਰਿਹਾ। ਵੈਦ ਦੀ ਦਵਾਈ ਤਾਂ ਐਵੇਂ ਆਰਜੀ ਜਿਹਾ ਦਿਲ ਪਰਚਾਵਾ ਹੀ ਹੈ। ਇਹ ਵੈਦ, ਜਿਸ ਸਰੀਰ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ,
ਪ੍ਰਮਾਤਮਾ ਦੀ ਜੋਤ ਲਿਸ਼ਕਾਰੇ ਮਾਰਦੀ ਹੈ। ਉਹ ਸਰੀਰ ਸੋਨੇ ਵਰਗਾ ਸ਼ੁੱਧ ਰਹਿੰਦਾ ਹੈ। ਉਸ ਵਿੱਚ ਵਸਦਾ ਜੀਵ ਆਤਮਾ ਵੀ ਨਿਰੋਆ ਰਹਿੰਦਾ ਹੈ। ਉਹ ਜੀਵ ਆਤਮਾ ਆਪਣੇ ਸਾਰੇ ਰੋਗ ਦੂਰ ਕਰਕੇ ਇੱਥੋਂ ਜਾਂਦਾ ਹੈ। ਇਹ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਹੀ ਜੀਵ ਤ੍ਰਿਸ਼ਨਾ ਆਦਿਕ ਰੋਗਾਂ ਤੋਂ ਖਲਾਸੀ ਪਾਉਂਦਾ ਹੈ। ਫਿਰ ਸਤਿਗੁਰਾਂ ਦੀ ਕਿਰਪਾ ਨਾਲ ਜਦ ਅਕਾਲ ਪੁਰਖ ਮਿਹਰਬਾਨ ਹੋਇਆ ਤਾਂ ਜਮ ਤੇ ਉਲਟ ਭਏ ਹੈ ਰਾਮ, ਦੁਖ ਬਿਨਸੇ ਸੁਖ ਕੀਓ ਬਿਸਰਾਮ, ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੁਜਨ ਭਏ ਚੀਤਾ, ਆਪ ਮੋਹੇ ਸਰਬ ਕੁਸਲ ਕਰ ਮਾਨਿਆ, ਸ਼ਾਂਤ ਭਈ ਜਬ ਗੋਬਿੰਦ ਜਾਣਿਆ ਰਹਾਓ। ਤਨ ਮੈਂ ਹੋਤੀ ਕੋਟ ਉਪਾਦ, ਉਲਟ ਭਈ ਸੁਖ ਸਹਿਜ ਸਮਾਦ, ਆਪ ਪਛਾਨੇ ਆਪੇ ਆਪ, ਰੋਗ ਨਾ ਵਿਆਪੇ तीनों ताप, अब मन उल्ट सनातन हुआ, तब जानिया जब जीवित मुआ, कहो कबीर सुख सहज समावो, आप न डरो न अवर डरावो। अर्थ ਜਮ ਤੋਂ ਬਦਲ ਕੇ ਪ੍ਰਭੂ ਦਾ ਰੂਪ ਹੋ ਗਏ ਹਨ। ਭਾਵ ਪਹਿਲਾਂ ਜੋ ਜਮ ਰੂਪ ਦਿਸਦੇ ਸਨ, ਹੁਣ ਉਹ ਪ੍ਰਭੂ ਦਾ ਰੂਪ ਦਿਖਾਈ ਦਿੰਦੇ ਹਨ। ਮੇਰੇ ਦੁੱਖ ਦੂਰ ਹੋ ਗਏ ਹਨ ਤੇ ਸੁੱਖਾਂ ਨੇ ਮੇਰੇ ਅੰਦਰ ਡੇਰਾ ਆਣ ਜਮਾਇਆ। ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ। ਭਾਵ ਜੋ ਇੰਦਰੇ ਪਹਿਲਾਂ ਵਿਕਾਰਾਂ ਵੱਲ ਲੈ ਜਾ ਕੇ ਵੈਰੀਆਂ ਵਾਲਾ ਕੰਮ ਕਰ ਰਹੇ ਸਨ, ਹੁਣ ਉਹ ਮਨ ਨੂੰ ਭਲੇ ਪਾਸੇ ਲਿਆ ਰਹੇ ਹਨ। ਹੁਣ ਮੈਨੂੰ ਸਾਰੇ ਸੁੱਖ ਆਨੰਦ ਪ੍ਰਤੀਤ ਹੋ ਰਹੇ ਹਨ। ਜਦੋਂ ਦਾ ਮੈਂ ਪ੍ਰਭੂ ਨੂੰ ਪਛਾਣ ਲਿਆ ਹੈ, ਪ੍ਰਭੂ ਨਾਲ ਸਾਂਝ ਪਾ ਲਈ ਹੈ, ਤਦੋਂ ਹੀ ਮੇਰੇ ਅੰਦਰ ਠੰਡ ਪੈ ਗਈ ਹੈ। ਰਹਾਓ ਮੇਰੇ ਸਰੀਰ ਵਿੱਚ ਵਿਕਾਰਾਂ ਦੇ ਕਰੋੜਾਂ ਬਖੇੜੇ ਸਨ। ਪ੍ਰਭੂ ਦੇ ਨਾਮ ਰਸ ਵਿੱਚ ਜੁੜੇ ਰਹਿਣ ਕਰਕੇ ਉਹ ਸਾਰੇ ਪਲਟ ਕੇ ਸੁੱਖ ਵਾਲੇ ਬਣ ਗਏ ਹਨ। ਮੇਰੇ ਮਨ ਨੇ ਆਪਣੇ ਅਸਲ ਰੂਪ ਨੂੰ ਪਛਾਣ ਲਿਆ ਹੈ। ਹੁਣ ਇਸ ਨੂੰ ਪ੍ਰਭੂ ਹੀ ਦਿਸ ਰਿਹਾ ਹੈ। ਰੋਗ ਅਤੇ ਤਿੰਨੇ ਤਾਪ ਹੁਣ ਪੋਹ ਨਹੀਂ ਸਕਦੇ। ਹੁਣ ਮੇਰਾ ਮਨ ਆਪਣੇ ਪਹਿਲੇ ਵਿਕਾਰਾਂ ਵਾਲੇ ਸੁਭਾਅ ਵੱਲੋਂ ਹਟ ਕੇ ਪ੍ਰਭੂ ਦਾ ਰੂਪ ਹੋ ਗਿਆ। ਇਸ ਗੱਲ ਦੀ ਤਦੋਂ ਸਮਝ ਆਈ ਜਦੋਂ ਇਹ ਮਨ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਤੋਂ ਉੱਚਾ ਹੋ ਗਿਆ। ਹੇ ਕਬੀਰ, ਹੁਣ ਬੇਸ਼ੱਕ ਆਖ ਮੈਂ ਆਤਮਿਕ ਆਨੰਦ 'ਚ ਅਡੋਲ ਅਵਸਥਾ ਵਿੱਚ ਜੁੜਿਆ ਹੋਇਆ ਹਾਂ। ਨਾ ਮੈਂ ਆਪ ਕਿਸੇ ਹੋਰ ਪਾਸੇ ਡਰਦਾ ਹਾਂ ਤੇ ਨਾ ਹੀ ਹੋਰਨਾਂ ਨੂੰ ਡਰਾਉਂਦਾ ਹਾਂ। ਸਾਡੀ ਬਦਕਿਸਮਤੀ ਇਹ ਹੈ ਕਿ ਸਮਰੱਥ ਗੁਰੂ ਦੇ ਹੁੰਦਿਆਂ ਅਸੀਂ ਗਲਤ ਰਸਤੇ ਨੂੰ ਠੀਕ ਮੰਨੀ ਬੈਠੇ ਹਾਂ। ਠੋਕਰਾਂ ਤੇ ਠੋਕਰਾਂ ਖਾਈ ਜਾ ਰਹੇ ਹਾਂ, ਪਰ ਆਪਣੇ ਗੁਰੂ ਦੀ ਮੱਤ ਲੈ ਕੇ ਉਸ ਅਨੁਸਾਰ ਤੁਰਨਾ ਨਹੀਂ ਚਾਹੁੰਦੇ। ਗੁਰੂ ਨੂੰ ਛੱਡ ਕੇ ਜਦ ਸਿੱਖ ਆਪ ਹੀ ਔਜੜੇ ਪੈ ਗਏ ਹਨ ਤਾਂ ਸਮਰੱਥ ਗੁਰੂ ਪਰਮੇਸ਼ਰ ਜੀ ਕੀ ਕਰਨ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਏ ਫੂਕ। ਪੰਨਾ 1372। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 8ਵਾਂ ਅਤੇ 9ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।